ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਗੁਰੂਆਂ ਦੀ, ਉਹ ਕਰਮਾਂ ਤੋਂ ਪਾਰ ਹਨ। ਕਰਮ ਤੋਂ ਉਹੋ ਹੀ ਪਾਰ ਹੋ ਜਾਂਦਾ ਹੈ ਜਿਹੜਾ ਜਾਣ ਲੈਂਦਾ ਹੈ ਸੰਸਾਰ ਝੂਠ ਹੈ, ਅਤੇ ਝੂਠ ਦੇ ਵਿੱਚ ਜੋ ਵੀ ਕਰਮ ਕੀਤੇ ਜਾਂਦੇ ਹਨ ਉਹ ਸਭ ਝੂਠੇ ਹਨ। ਇਹ ਗੱਲ ਖਿਆਲ ਵਿੱਚ ਰੱਖਿਓ, ਉਹ ਵਾਸਤਵਿਕ ਨਹੀਂ ਹਨ। ਇਸ ਕਰਕੇ ਉਹ ਕਰਮਾਂ ਨੂੰ ਕਰਨ ਤੋਂ ਡਰਦੇ ਵੀ ਨਹੀਂ ਹਨ। ਪਰਮਾਤਮਾ ਜੋ ਕੁਛ ਵੀ ਉਹਨਾਂ ਕੋਲ ਕਰਵਾ ਲਵੇ ਨਾ, ਉਹ ਹੱਸ ਹੱਸ ਕੇ ਕਰ ਦਿੰਦੇ ਹਨ, ਕਿਉਂਕਿ ਉਹਨਾਂ ਨੂੰ ਪਾਪ ਪੁੰਨ ਦਾ ਕੋਈ ਅਸਰ ਨਹੀਂ ਹੈ। ਨਾ ਹੀ ਪ੍ਰਲੋਭਨ ਹੈ, ਨਾ ਹੀ ਡਰ ਹੈ ਵੀ ਮੈਨੂੰ ਪਾਪ ਲੱਗ ਜਾਊਗਾ, ਨਾ ਪ੍ਰਲੋਭਨ ਹੈ ਵੀ ਮੈਂ ਪੁੰਨ ਵਾਸਤੇ ਕੋਈ ਕਰਮ ਕਰਨਾ ਹੈ, ਕਿਉਂਕਿ ਪਾਪ ਪੁੰਨ ਤੋਂ ਉਹ ਪਾਰ ਲੰਘ ਜਾਂਦੇ ਹਨ। ਜਿਹੜਾ ਸੰਸਾਰ ਦੇ ਧਿਆਨ ਤੋਂ ਉੱਪਰ ਉੱਠ ਜਾਂਦਾ ਹੈ ਨਾ, ਉਹਦੇ ਵਾਸਤੇ ਕੋਈ ਕਰਮ ਨਹੀਂ ਰਹਿੰਦਾ ਹੈ। ਇਉਂ ਸਮਝ ਲਵੋ ਤੁਸੀਂ, ਜਿਵੇਂ ਛੋਟੇ ਬੱਚੇ ਹਨ, ਇਹ ਅਗਰ ਕੋਈ ਪਾਪ ਕਰਮ ਵੀ ਕਰ ਦੇਣ ਨਾ, ਕਿਸੇ ਦੀ ਹੱਤਿਆ ਵੀ ਕਰ ਦੇਵੇ ਕੋਈ ਬੱਚਾ, ਤਾਂ ਉਹਨੂੰ ਸਜ਼ਾ ਨਹੀਂ ਦਿੰਦੇ। ਕਿਉਂ ਨਹੀਂ ਦਿੰਦੇ ਹਨ ਸਜ਼ਾ? ਹੱਤਿਆ ਤਾਂ ਕੀਤੀ ਹੈ ਨਾ ਬੱਚੇ ਨੇ। ਅਗਰ ਤੁਸੀਂ ਪੁੱਛੋ ਉਹਨਾਂ ਕੋਲ ਜਿਨ੍ਹਾਂ ਨੇ ਇਹ ਸਜ਼ਾ ਵਾਸਤੇ ਕਾਨੂੰਨ ਬਣਾਇਆ ਹੋਇਆ ਹੈ, ਤਾਂ ਉਹ ਕਹਿਣਗੇ ਬੱਚਾ ਸੋਚ ਕੇ ਨਹੀਂ ਕਰ ਰਿਹਾ ਹੈ। ਬੱਚੇ ਦੀ ਸੋਚ ਨਹੀਂ ਹੈ ਹੱਤਿਆ ਕਰਨ ਦੇ ਵਿੱਚ। ਹੁਣ ਜਿਹੜਾ ਸੋਚ ਕੇ ਕਰ ਹੀ ਨਹੀਂ ਰਿਹਾ ਹੈ, ਉਹ ਪਾਪੀ ਕਿਵੇਂ ਹੋ ਸਕਦਾ? ਉਹ ਅਪਰਾਧੀ ਕਿਵੇਂ ਹੋ ਸਕਦਾ? ਪਾਗਲਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ, ਪਸ਼ੂਆਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਅਗਰ ਮਾਰ ਦੇਣ ਕਿਸੇ ਬੰਦੇ ਨੂੰ। ਹਾਂ, ਉਹ ਡਰਦੇ ਮਾਰੇ ਜ਼ਰੂਰ ਪਸ਼ੂ ਨੂੰ ਮਾਰ ਸਕਦੇ ਹਨ ਵੀ ਹੋਰ ਬੰਦਿਆਂ ਨੂੰ ਨਾ ਮਾਰ ਦੇਵੇ, ਪਰ ਜਾਣ ਬੁੱਝ ਕੇ ਪਸ਼ੂ ਥੋੜ੍ਹੀ ਮਾਰਦਾ ਹੈ। ਹਾਂ, ਭੁੱਖਾ ਹੋਵੇ ਤਾਂ ਹੋ ਸਕਦਾ ਕਿਸੇ 'ਤੇ ਹਮਲਾ ਕਰ ਦੇ। ਅਤੇ ਪਾਗਲਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ। ਸਿੱਧ ਹੋ ਜਾਵੇ, ਪਤਾ ਲੱਗ ਜਾਵੇ ਇਹ ਪਾਗਲ ਹੈ, ਕੀ ਸਜ਼ਾ ਦੇਣੀ? ਕਿਉਂਕਿ ਇਹਦੇ ਕੋਲ ਕਰਮ ਹੋਇਆ ਹੈ। ਅਤੇ ਦੂਸਰੇ ਪੱਖ ਦੇ ਵਿੱਚ ਜਿਹੜੇ ਪਰਮ ਪੁਰਖ ਹਨ, ਕੋਸ਼ਕ ਤੇ ਹਨ ਮਨ ਤੋਂ ਥੱਲੇ। ਜਿਵੇਂ ਬੱਚੇ ਹਨ, ਇਹਨਾਂ ਦਾ ਮਨ ਵਿਕਸਿਤ ਨਹੀਂ ਹੋਇਆ, ਅਜੇ ਚੰਗੇ ਮਾੜੇ ਨੂੰ ਸੋਚ ਨਹੀਂ ਸਕਦੇ। ਇਹਨਾਂ ਨੂੰ ਇਹ ਖਿਆਲ ਵਿੱਚ ਨਹੀਂ ਹੈ ਵੀ ਇਹ ਕਰਮ ਚੰਗਾ ਹੈ ਮਾੜਾ ਹੈ। ਬੱਚੇ ਨੂੰ ਦੱਸਣਾ ਪੈਂਦਾ ਹੈ ਤੁਹਾਨੂੰ ਵਾਰ-ਵਾਰ ਵੀ ਆਹ ਕਰਮ ਮਾੜਾ ਹੈ, ਚੰਗਾ ਹੈ, ਆਹ ਨਹੀਂ ਕਰਨਾ, ਇਹ ਕਰਨਾ, ਦੱਸਣਾ ਪੈਂਦਾ ਨਾ ਬੱਚੇ ਨੂੰ। ਅਤੇ ਬੱਚਾ ਥੱਲੇ ਹੈ, ਅਜੇ ਮਨ ਵਿਕਸਿਤ ਨਹੀਂ ਹੋਇਆ। ਅਤੇ ਪਰਮ ਪੁਰਖ ਜਿਹੜੇ ਹਨ ਨਾ, ਉਹ ਮਨ ਤੋਂ ਉੱਪਰ ਚਲੇ ਗਏ ਹਨ। ਉਹ ਵੀ ਵੈਸੇ ਹੀ ਹੋ ਗਏ ਹਨ ਇੱਕ ਤਲ 'ਤੇ ਬੱਚੇ ਵਰਗੇ। ਉਹ ਵੀ ਸੋਚਦੇ ਵਿਚਾਰਦੇ ਨਹੀਂ ਹਨ ਕਰਮਾਂ ਬਾਬਤ ਬਹੁਤਾ। ਫਿਰ ਵੀ ਉਹ ਹਿੰਸਕ ਨਹੀਂ ਹੋ ਜਾਂਦੇ ਹਨ, ਕਿਉਂਕਿ ਉਹਨਾਂ ਦਾ ਇੱਕ ਤਲ ਹੋਰ ਵੀ ਹੈ, ਉਹ ਹੈ ਕਰੁਣਾ ਦਾ। ਉਹ ਜਾਗਰਤ ਹਨ। ਬੱਚਾ ਮੂਰਛਿਤ ਹੈ, ਪਰਮ ਪੁਰਖ ਜਾਗਰਤ ਹਨ। ਉਹ ਵੀ ਕਰਮਾਂ ਦੇ ਸਿਧਾਂਤ ਤੋਂ ਉੱਪਰ ਉੱਠ ਗਏ ਹਨ। ਇਹੋ ਹੀ ਕਿਹਾ ਹੈ ਨਾ, ਸਵਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ। ਉਹ ਸਵਰਗਾਂ ਤੋਂ ਅਤੇ ਨਰਕਾਂ ਤੋਂ ਦੋਵਾਂ ਤੋਂ ਪਾਰ ਚਲੇ ਗਏ ਹਨ। ਭਾਵ ਕਿ ਸ਼ੁਭ ਕਰਮ ਤੇ ਅਸ਼ੁਭ ਕਰਮ ਤੋਂ ਪਾਰ ਚਲੇ ਗਏ ਹਨ, ਚੰਗੇ ਮਾੜੇ ਤੋਂ ਪਾਰ ਚਲੇ ਗਏ ਹਨ। ਉਹਨਾਂ ਨੇ ਕਿਹਾ ਹੈ ਨਾ, ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਤੁਝ ਬਿਨ ਕੋਈ ਨਾ। ਤੁਹਾਨੂੰ ਤਾਂ ਨਹੀਂ ਇੱਦਾਂ ਲੱਗਦਾ ਹੈ ਬੁਰਾ ਭਲਾ? ਤੁਸੀਂ ਪੜ੍ਹ ਵੀ ਲੈਂਦੇ ਹੋ, ਪਰ ਇਸ ਢੰਗ ਦੇ ਨਾਲ ਲੱਗਦਾ ਨਹੀਂ। ਬੁਰਾ ਨਾ ਹੀ ਸਭ ਭਲਾ ਹੀ ਹੈ ਰੇ, ਏਕਾ ਏਕੀ ਨੇ। ਤੇ ਉਹਨਾਂ ਨੇ ਕਿਹਾ ਹੈ ਜਿਹੜੇ ਸਿਧਾਂਤ ਤੋਂ ਉੱਪਰ ਉੱਠ ਕੇ ਕਰਮਾਂ, ਅਤੇ ਉਹ ਵੀ ਪਾਪ ਪੁੰਨ ਤੋਂ ਪਾਰ ਹੋ ਗਏ ਹਨ। ਉਹਨਾਂ ਨੂੰ ਹੁਣ ਕੋਈ ਪਾਪ ਪੁੰਨ ਨਹੀਂ ਲੱਗਦਾ। ਪਾਪ ਪੁੰਨ ਲੱਗਦਾ ਹੈ ਮਨ ਦੇ ਤਲ 'ਤੇ। ਅਤੇ ਜਿਹੜੇ ਵਿਚਾਰਲੇ ਹਨ,
ਜਿਹੜੇ ਨਾ ਬੱਚੇ ਹਨ ਨਾ ਮਨ ਤੋਂ ਪਾਰ ਗਏ ਹਨ, ਉਹਨਾਂ ਨੂੰ ਸਾਰਾ ਪਾਪ ਪੁੰਨ ਲੱਗਦਾ ਹੈ। ਪਾਪ ਪੁੰਨ ਦਾ ਜਾਲ ਉਹਨਾਂ ਵਾਸਤੇ, ਕਿਉਂਕਿ ਸੋਚ ਸੋਚ ਕੇ ਕਰਮ ਕਰਦੇ ਹਨ। ਜਿਹੜਾ ਆਦਮੀ ਸੋਚ ਕੇ ਕਰਮ ਕਰ ਰਿਹਾ ਹੈ, ਅਗਰ ਉਹ ਸ਼ੁਭ ਕਰਮ ਕਰਦਾ ਹੈ ਸੋਚ ਸੋਚ ਕੇ, ਤਾਂ ਉਹ ਕਹਿੰਦਾ ਹੈ ਮੈਂ ਸ਼ੁਭ ਕਰਮ ਕਰ ਰਿਹਾ, ਅਤੇ ਸ਼ੁਭ ਕਰਮ ਦੇ ਨਾਲ ਜੁੜ ਜਾਂਦਾ ਹੈ। ਕਈ ਹੰਕਾਰ ਦੀ ਪੂਰਤੀ ਕਰਦੇ ਹਨ ਸ਼ੁਭ ਕਰਮ ਕਰਕੇ, ਪੁੰਨ ਦਾਨ ਕਰ ਲਿਆ, ਸੇਵਾ ਕਰਤੀ, ਭਲੇ ਦਾ ਕੰਮ ਕਰਤਾ ਅਤੇ ਮਜ਼ਾ ਆ ਗਿਆ, ਹੰਕਾਰ ਦੀ ਪੂਰਤੀ ਹੋ ਗਈ। ਫਿਰ ਅਸ਼ੁਭ ਕਰਮ ਹੋ ਗਿਆ ਉਹਨਾਂ ਕੋਲ, ਤੋਂ ਗਿਲਾਨੀ ਦੇ ਨਾਲ ਭਰ ਜਾਂਦੇ ਹਨ, ਪਛਤਾਵਾ ਹੋ ਜਾਂਦਾ ਹੈ ਮਨ ਦੇ ਵਿੱਚ, ਇੱਕ ਬੁਰਾ ਕਰਮ ਹੋ ਗਿਆ ਉਹ ਵੀ ਮਨ ਦੇ ਵਿੱਚ ਬੈਠ ਜਾਂਦਾ ਹੈ। ਬੁਰੇ ਕਰਮਾਂ ਨੂੰ ਵੀ ਆਦਮੀ ਭੁੱਲ ਨਹੀਂ ਪਾਉਂਦਾ ਹੈ। ਕਈ ਐਸੇ ਹਨ ਜਗਿਆਸੂ ਜਿਹੜੇ ਕਹਿੰਦੇ ਹਨ ਵੀ ਅਸੀਂ ਪਿੱਛੇ ਬੁਰੇ ਕਰਮ ਕੀਤੇ ਸਨ, ਸਾਨੂੰ ਭੁੱਲਦੇ ਨਹੀਂ। ਉਹਨਾਂ ਨੂੰ ਕਹੋ ਵੀ ਤੁਸੀਂ ਥੋੜ੍ਹੇ ਕੀਤੇ ਸਨ, ਉਹ ਤਾਂ ਹੋ ਗਏ ਸਨ, ਫਿਰ ਵੀ ਉਹਨਾਂ ਦੇ ਮਨ ਦੇ ਵਿੱਚੋਂ ਜਾਂਦੇ ਨਹੀਂ ਹਨ। ਉਹ ਗਿਲਾਨੀ, ਉਹ ਪਛਤਾਵਾ, ਉਹ ਕਹਿੰਦੇ ਅਸੀਂ ਭੁੱਲਣ ਦੀ ਕੋਸ਼ਿਸ਼ ਕਰਦੇ, ਭੁੱਲਦੇ ਹੀ ਨਹੀਂ ਬੁਰੇ ਕਰਮ। ਅਤੇ ਉਹਨਾਂ ਦੀ ਛਾਪ ਪੈ ਗਈ ਮਨ 'ਤੇ, ਕਿਉਂਕਿ ਬੁਰਿਆਈ ਵੀ ਆਦਮੀ ਸੋਚ ਸੋਚ ਕੇ ਕਰਦਾ, ਭਲਾਈ ਵੀ ਆਦਮੀ ਸੋਚ ਸੋਚ ਕੇ ਕਰਦਾ, ਅਤੇ ਸੋਚਣ ਕਰਕੇ ਉਹ ਫਸ ਜਾਂਦਾ ਹੈ। ਅਤੇ ਕਰਮਾਂ ਦੇ ਸਿਧਾਂਤ ਦੁਆਰਾ ਕਰਮਾਂ 'ਚੋਂ ਨਹੀਂ ਨਿਕਲਿਆ ਜਾ ਸਕਦਾ। ਤੁਸੀਂ ਇਹ ਨਾ ਖਿਆਲ ਕਰੋ ਵੀ ਸ਼ੁਭ ਕਰਮ ਕਰਕੇ ਤੁਸੀਂ ਅਸ਼ੁਭ ਕਰਮਾਂ ਤੋਂ ਛੁਟਕਾਰਾ ਪਾ ਲਓਗੇ, ਨਹੀਂ ਪਾ ਸਕਦੇ ਹੋ। ਸ਼ੁਭ ਕਰਮਾਂ ਦੁਆਰਾ ਵੀ ਮੈਂ ਭਾਵ ਬਣਿਆ ਰਹਿੰਦਾ ਹੈ, ਵੱਧ ਵੀ ਜਾਂਦਾ ਹੈ, ਬਹੁਤਿਆਂ ਦਾ ਵੱਧ ਰਿਹਾ ਹੈ। ਉਹ ਸ਼ੁਭ ਕਰਮ ਕਰਦੇ ਹਨ ਤਾਂ ਉਹਨਾਂ ਦਾ ਹੰਕਾਰ ਹੀ ਵਧੀ ਜਾਂਦਾ ਹੈ। ਅਤੇ ਜਿਹੜੇ ਜਾਣਦੇ ਹਨ ਨਾ, ਉਹ ਕਰਮਾਂ ਤੋਂ ਉੱਪਰ ਉੱਠਣ ਵਾਸਤੇ ਕਹਿੰਦੇ ਹਨ। ਖਿਆਲ ਵਿੱਚ ਰੱਖਿਓ ਹੁਣ ਥੋੜ੍ਹਾ ਜਿਹਾ, ਜਿਹੜਾ ਬਾਹਰ ਧਰਮ ਤੁਸੀਂ ਦੇਖਦੇ ਹੋ ਨਾ, ਉਹ ਤਾਂ ਕਰਮਾਂ ਦੇ ਤਲ 'ਤੇ ਜੀਂਦਾ ਹੈ। ਉਹ ਕਹਿੰਦਾ ਹੈ ਸ਼ੁਭ ਕਰਮ ਕਰੋ, ਗੁਰੂ ਖੁਸ਼ ਹੋਵੇਗਾ, ਸ਼ੁਭ ਕਰਮ ਕਰੋ ਸਵਰਗ ਮਿਲੂਗਾ, ਸ਼ੁਭ ਕਰਮ ਕਰੋ ਬੈਕੁੰਠ 'ਚ ਜਾਓਗੇ, ਸ਼ੁਭ ਕਰਮ ਕਰੋ ਅੱਗੇ ਸੁੱਖ ਮਿਲਣਗੇ। ਉਹ ਤਾਂ ਇਹੋ ਕਹਿੰਦੇ ਹਨ ਨਾ ਵੀ ਸ਼ੁਭ ਕਰਮ ਕਰੋ, ਜੇ ਤੁਸੀਂ ਸੁੱਖ ਲੈਣਾ ਹੈ ਤਾਂ ਸ਼ੁਭ ਕਰਮ ਕਰੋ। ਜਿਵੇਂ ਕੱਲ੍ਹ ਹੀ ਇੱਕ ਮਹਾਤਮਾ ਕਹਿ ਰਹੇ ਸਨ ਵੀ ਸ਼ੁਭ ਕਰਮ ਕਰੋ, ਪੂਰਨਮਾਸੀ 'ਤੇ ਇਸ਼ਨਾਨ ਕਰਿਆ ਕਰੋ, ਪਾਠ ਕਰਿਆ ਕਰੋ, ਪੂਜਾ ਕਰਿਆ ਕਰੋ, ਕੀਰਤਨ, ਸ਼ੁਭ ਕਰਮ ਕਰੋ, ਸੁੱਖ ਸ਼ਾਂਤੀ ਮਿਲੂਗੀ। ਤੋ ਕਰਮਾਂ ਵੱਲ ਪ੍ਰੇਰਦੇ ਹਨ, ਤੋ ਕਰਮਾਂ ਵੱਲ ਲਾਉਂਦੇ ਹਨ ਵੀ ਸ਼ੁਭ ਕਰਮ ਕਰੋ, ਅਤੇ ਕਰਮਾਂ ਤੋਂ ਮੁਕਤ ਨਹੀਂ ਹੋ ਪਾਉਂਦਾ ਹੈ ਆਦਮੀ। ਅਤੇ ਜਿਹੜੇ ਕਰਮਾਂ ਤੋਂ ਪਾਰ ਗਏ ਹੋਏ ਹਨ ਨਾ, ਉਹ ਕਰਮ ਦੱਸਦੇ ਹਨ ਸ਼ੁਭ ਕਰਨ ਵਾਸਤੇ, ਪਰ ਸਿਰਫ ਕਰਮਾਂ ਦੇ ਵਿੱਚ ਉਲਝੇ ਨਹੀਂ ਰਹਿਣਾ ਹੈ। ਉਹ ਕਹਿੰਦੇ ਹਨ ਵੀ ਕਰਮ ਕਰੋ, ਪਰ ਕਰਮਾਂ ਤੋਂ ਪਾਰ ਜਾਣਾ ਹੈ। ਤੋ ਪਾਰ ਜਾਣ ਦਾ ਤਰੀਕਾ ਵੀ ਦੱਸਦੇ ਹਨ ਨਾਲ ਨਾਲ। ਉਹ ਕਹਿੰਦੇ ਹਨ ਵੀ ਸ਼ੁਭ ਅਸ਼ੁਭ ਸਾਰੇ ਹੀ ਕਰਮ ਛੱਡਣੇ ਹਨ। ਹਾਂ, ਪਹਿਲਾਂ ਅਸ਼ੁਭ ਛੁੱਟਣਗੇ, ਬੁਰੇ ਕਰਮ ਛੁੱਟਣਗੇ, ਸ਼ੁਭ ਕਰਮ ਹੋਣਗੇ, ਕਿਉਂਕਿ ਸ਼ੁਭ ਕਰਮਾਂ ਦੁਆਰਾ ਮਨ ਸ਼ਾਂਤ ਹੁੰਦਾ ਹੈ। ਇਸ ਕਰਕੇ ਸ਼ੁਭ ਕਰਮ ਵੱਲ ਪ੍ਰੇਰਿਆ ਜਾਂਦਾ। ਪਹਿਲਾ ਕਦਮ ਇਹੋ ਹੀ ਹੈ ਧਰਮ ਦੇ ਵਿੱਚ ਵੀ ਸ਼ੁਭ ਕਰਮ ਕਰਨਾ ਹੈ। ਪਹਿਲੀ ਪੌੜੀ ਕਿਸੇ ਦਾ ਭਲਾ ਕਰਨਾ, ਸੇਵਾ ਕਰਨੀ, ਜਿੰਨੇ ਵੀ ਸ਼ੁਭ ਕਰਮ ਹਨ ਉਹ ਸ਼ੁਭ ਕਰਮ ਕਰਨੇ ਹਨ ਧਰਮ ਦੇ ਵਿੱਚ ਪ੍ਰਵਿਸ਼ਟ ਹੋਣ ਵਾਸਤੇ। ਤਾਂ ਹੀ ਦਇਆ ਪੈਦਾ ਹੋਊ, ਪ੍ਰੇਮ ਪੈਦਾ ਹੋਊ, ਸ਼ਰਧਾ ਪੈਦਾ ਹੋਊ। ਸ਼ੁਭ ਕਰਮਾਂ ਦੁਆਰਾ ਮਨ ਸ਼ਾਂਤ ਹੋਵੇਗਾ। ਫਿਰ ਜਿੰਨਾ ਚਿਰ ਕਰਮ ਹਨ ਨਾ, ਉਹਨਾਂ ਚਿਰ ਮਨ ਚੱਲਦਾ ਰਹਿੰਦਾ ਹੈ ਅਤੇ ਮਨ ਤੋਂ ਪਾਰ ਜਾਣਾ ਹੈ। ਫਿਰ ਸ਼ੁਭ ਕਰਮਾਂ ਤੋਂ ਵੀ ਮਨ ਨੂੰ ਹਟਾਉਣਾ ਹੈ। ਅਸ਼ੁਭ ਕਰਮਾਂ ਨੂੰ ਤਾਂ ਬਹੁਤ ਲੋਕ ਛੱਡਣ ਨੂੰ ਤਿਆਰ ਹੋ ਜਾਂਦੇ ਹਨ,
ਕਹਿੰਦੇ ਹਨ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ। ਸ਼ੁਭ ਕਰਮਾਂ ਦੁਆਰਾ ਤੁਸੀਂ ਪ੍ਰਮਾਤਮਾ ਦੇ ਨੇੜੇ ਆਉਂਦੇ ਹੋ। ਸ਼ੁਭ ਕਰਮਾਂ ਦੁਆਰਾ ਤੁਸੀਂ ਗੁਰੂ ਦੇ ਨੇੜੇ ਆਉਂਦੇ ਹੋ। ਸ਼ਾਂਤ ਹੁੰਦੇ ਹੋ, ਨੇੜੇ ਹੀ ਆਉਂਦੇ ਹੋ ਨਾ। ਅਸ਼ਾਂਤ ਹੋ ਗਏ, ਦੂਰ ਚਲੇ ਗਏ। ਵਿਚਾਰ ਘੱਟ ਹੋਏ, ਥੋੜ੍ਹੇ ਜਿਹੇ ਸ਼ਾਂਤ ਹੋਏ, ਕੋਲੇ ਆਏ। ਫਿਰ ਇਹ ਸ਼ੁਭ ਕਰਮਾਂ ਨੂੰ ਵੀ ਛੱਡਣਾ ਹੈ। ਅਸ਼ੁਭ ਕਰਮ ਛੱਡਣੇ ਤੇ ਸਿਖਾਲੇ ਹਨ। ਸਾਰੇ ਹੀ ਛੱਡਣੇ ਚਾਹੁੰਦੇ ਹਨ, ਕਿਉਂਕਿ ਅਸ਼ੁਭ ਕਰਮ ਦੁਖੀ ਕਰਦੇ ਹਨ ਬੰਦੇ। ਖਿਆਲ ਵਿੱਚ ਰੱਖੋ। ਅਗਰ ਕਿਸੇ ਬੰਦੇ ਨੂੰ ਪਤਾ ਹੈ ਨਾ ਮੈਂ ਬੁਰਾ ਕਰਮ ਕਰ ਰਿਹਾ ਹਾਂ, ਤਾਂ ਮਜਬੂਰੀ ਨਾਲ ਕਰਦਾ ਰਹਿੰਦਾ ਹੈ, ਜਾਂ ਮਨ ਦਾ ਅਸਰ ਐਸਾ ਹੁੰਦਾ ਹੈ, ਜਾਂ ਆਦਤ ਬਣ ਜਾਂਦੀ ਹੈ, ਕਿਸੇ ਨਾ ਕਿਸੇ ਕਾਰਨ ਕਰਕੇ ਕਰਦਾ ਰਹਿੰਦਾ ਹੈ, ਅਤੇ ਰਹਿੰਦਾ ਬੇਚੈਨ ਹੈ ਅੰਦਰੋਂ, ਤਾਂ ਸੋਚਦਾ ਵੀ ਰਹਿੰਦਾ ਹੈ ਵੀ ਇਹਨੂੰ ਛੱਡਣਾ ਹੈ। ਅਤੇ ਛੱਡਣ ਨੂੰ ਸਾਰੇ ਹੀ ਚਾਹੁੰਦੇ ਹਨ ਬੁਰਾ ਕਰਮ, ਕਿਉਂਕਿ ਉਹਦੇ ਆਦਰ ਸਤਿਕਾਰ ਵੀ ਨਹੀਂ ਮਿਲਦਾ ਹੈ। ਅਤੇ ਬੁਰਾ ਕਰਮ ਤਾਂ ਹਰ ਇੱਕ ਛੱਡ ਦਿੰਦਾ ਹੈ, ਪਰ ਭਲੇ ਕਰਮ ਨੂੰ ਛੱਡਣਾ ਔਖਾ ਹੈ। ਫਿਰ ਭਲੇ ਕਰਮ ਦੇ ਵਿੱਚ ਅਗਰ ਹੰਕਾਰ ਦੀ ਪੂਰਤੀ ਹੁੰਦੀ ਹੋਈ ਤਾਂ ਛੱਡਣਾ ਹੋਰ ਵੀ ਔਖਾ ਹੈ। ਮਜ਼ਾ ਆ ਜਾਂਦਾ ਹੈ ਨਾ, ਲੋਕ ਸਰੋਪਾ ਪਾਉਂਦੇ ਹਨ, ਨਾਂ ਲੈਂਦੇ ਹਨ, ਜੈ ਜੈਕਾਰ ਹੁੰਦੀ ਹੈ ਵੀ ਦੇਖੋ ਕਿੰਨੀ ਸੇਵਾ ਕਰਦਾ ਹੈ, ਮਹਾਤਮਾ ਪੁਰਸ਼ ਹੋਏ, ਗੁਰਮੁਖ, ਅਤੇ ਉਹਨੂੰ ਛੱਡਣਾ ਔਖਾ ਹੈ। ਅਤੇ ਸ਼ੁਭ ਕਰਮ ਜਿਹੜਾ ਆਦਮੀ ਧਾਰਮਿਕ ਹੈ ਨਾ, ਅਗਰ ਹੰਕਾਰ ਦੀ ਪੂਰਤੀ ਹੁੰਦੀ ਹੋਈ ਤਾਂ ਉਹ ਨਹੀਂ ਛੁੱਟਦਾ ਹੈ। ਇਹੋ ਹੀ ਵਾਰ-ਵਾਰ ਮੈਂ ਕਹਿੰਦਾ ਵੀ ਅਸ਼ੁਭ ਕਰਮ ਤੇ ਛੱਡ ਕੇ ਆਦਮੀ ਸ਼ੁਭ ਕਰਮਾਂ ਵੱਲ ਆ ਜਾਂਦਾ ਹੈ। ਅਤੇ ਸ਼ੁਭ ਕਰਮ, ਪਾਠ ਪੂਜਾ ਕਰ ਰਿਹਾ ਹੈ, ਕੋਈ ਹੋਰ ਕੋਈ ਸ਼ੁਭ ਕਰਮ ਕਰ ਰਿਹਾ ਹੈ, ਧਾਰਮਿਕ ਸਥਾਨ 'ਤੇ ਜਾਂਦਾ ਹੈ, ਤੀਰਥ ਸਥਾਨ 'ਤੇ ਜਾਂਦਾ ਹੈ, ਜਾਂ ਕੋਈ ਪੂਰਨਮਾਸੀ ਮੱਸਿਆ ਨਹਾ ਰਿਹਾ ਹੈ, ਕੁਛ ਵੀ ਕਰ ਰਿਹਾ ਹੈ, ਫਿਰ ਉਹ ਨਹੀਂ ਛੱਡਦਾ ਹੈ। ਉਹ ਆਦਤ ਬਣ ਜਾਂਦੀ ਹੈ, ਤਾਂ ਉਹ ਵੀ ਛੱਡਣੇ ਹਨ। ਸ਼ੁਭ ਕਰਮ ਵੀ ਛੱਡ ਕੇ ਤੁਸੀਂ ਇਹ ਕਰਮਾਂ ਤੋਂ ਉੱਪਰ ਉੱਠਣਾ ਹੈ। ਪਹਿਲਾਂ ਨਰਕ ਨੂੰ ਛੱਡਣਾ ਹੈ, ਫਿਰ ਸਵਰਗ ਨੂੰ ਵੀ ਛੱਡਣਾ ਹੈ, ਤਾਂ ਹੀ ਮੋਕਸ਼ ਜਾਓਗੇ ਨਾ। ਜੇ ਸਵਰਗ ਨੂੰ ਫੜੇ ਰੱਖਿਆ ਤਾਂ ਫਿਰ ਸਵਰਗਾਂ 'ਚ ਹੀ ਅਟਕੇ ਰਹੋਗੇ, ਜਿਵੇਂ ਦੇਵਤੇ ਅਟਕੇ ਹੋਏ ਹਨ। ਅਤੇ ਦੇਵਤੇ ਵੀ ਪਰੇਸ਼ਾਨ ਹਨ, ਇਸੇ ਕਰਕੇ ਉਹ ਮਨੁੱਖਾ ਦੇਹੀ ਨੂੰ ਲੋਚਦੇ ਹਨ, ਚਾਹੁੰਦੇ ਹਨ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਵੀ ਸ਼ੁਭ ਕਰਮ ਵੀ ਛੱਡਣੇ ਹਨ, ਸ਼ੁਭ ਕਰਮਾਂ ਤੋਂ ਵੀ ਪਾਰ ਜਾਣਾ ਹੈ। ਅਤੇ ਜਿਹੜੇ ਪਰਮ ਪੁਰਖ ਹਨ ਨਾ, ਗੁਰੂ ਹਨ, ਉਹ ਕਰਮਾਂ ਵਿੱਚ ਨਹੀਂ ਹਨ, ਇਹ ਖਿਆਲ ਵਿੱਚ ਰੱਖਿਓ। ਤੁਸੀਂ ਕਿਹਾ ਹੈ ਨਾ, ਗੁਰੂਆਂ ਦਾ ਹਵਾਲਾ ਦੇ ਕੇ ਵੀ ਉਹ ਰਾਜ ਯੋਗ ਦੇ ਵਿੱਚ ਰਹੇ ਹਨ। ਪਹਿਲੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 5ਵੇਂ ਗੁਰੂ ਤੱਕ ਤੇ ਇੱਕ ਸ਼ਾਂਤਮਈ ਮਾਰਗ ਦਾ ਉਪਦੇਸ਼ ਦਿੱਤਾ ਗਿਆ ਸੀ, ਅੰਤਰਮੁਖਤਾ ਦਾ ਉਪਦੇਸ਼ ਦਿੱਤਾ ਗਿਆ ਸੀ। ਉਸ ਤੋਂ ਬਾਅਦ ਜਿਹੜੇ ਗੁਰੂ ਹੋਏ ਹਨ, ਉਹਨਾਂ ਨੇ ਬਾਹਰ ਮੁਖਤਾ ਵਾਲਿਆਂ ਨੂੰ ਉਪਦੇਸ਼ ਦਿੱਤਾ ਹੈ। ਜਿਹੜੇ ਸਿੱਖ ਬਾਹਰ ਮੁਖੀ ਸਨ, ਉਹਨਾਂ ਨੂੰ ਵੀ ਤਾਂ ਮੁਕਤ ਕਰਨਾ ਸੀ ਨਾ। ਤਾਂ ਉਹਨਾਂ ਨੂੰ ਮੁਕਤ ਕਰਨ ਵਾਸਤੇ ਇਹ ਮਾਰਗ ਸੀ ਸ਼ਹੀਦੀ ਦਾ। ਜਿਹੜਾ ਸ਼ਹੀਦ ਹੋਣ ਨੂੰ ਤਿਆਰ, ਗੁਰੂ ਵਾਸਤੇ ਮਰਨ ਨੂੰ ਤਿਆਰ ਹੈ ਸਿੱਖ, ਉਹ ਮੁਕਤ ਹੋ ਸਕਦਾ ਹੈ। ਉਹ ਮੁਕਤੀ ਦਾ ਮਾਰਗ ਦੱਸਿਆ ਸੀ ਉਹਨਾਂ ਨੇ। ਉਹ ਆਪ ਥੋੜ੍ਹੇ ਕੁਛ ਕਰ ਰਹੇ ਸਨ। ਦਰਅਸਲ ਜੋ ਕੁਛ ਵੀ ਉਹ ਕਰਦੇ ਹਨ ਨਾ, ਉਹਨਾਂ ਵੱਲ ਵੇਖ ਕੇ ਕਰਦੇ ਹਨ, ਜਿਹੜੇ ਉਹਨਾਂ ਦੇ ਚਾਰ ਚੁਫੇਰੇ ਹੁੰਦੇ ਹਨ, ਸ਼ਿਸ਼ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਹੁੰਦੇ ਹਨ, ਉਹਨਾਂ ਵਾਸਤੇ ਉਹ ਕਰਮ ਕਰਦੇ ਹਨ। ਆਪ ਕੁਛ ਵੀ ਨਹੀਂ ਕਰਦੇ ਹਨ, ਕਿਉਂਕਿ ਉਹਨਾਂ ਦੇ ਅੰਦਰ ਕਰਤਾ ਭਾਵ ਨਹੀਂ ਹੁੰਦਾ ਹੈ, ਇਸ ਕਰਕੇ ਉਹ ਕਰਦੇ ਹੀ ਕੁਝ ਨਹੀਂ ਹਨ। ਉਹਨਾਂ ਦੁਆਰਾ ਪਰਮਾਤਮਾ ਕਰ ਰਿਹਾ ਹੁੰਦਾ ਹੈ। ਅਤੇ ਉਹ ਜੋ ਉਹਨਾਂ ਦੇ ਨਾਲ ਜੁੜੇ ਹੋਏ ਹਨ, ਜਿਹੜੇ ਮੁਕਤੀ ਦੇ ਮਾਰਗ 'ਤੇ ਚੱਲ ਰਹੇ ਹਨ, ਤਾਂ ਉਹਨਾਂ ਨੂੰ ਮੁਕਤ ਕਰਨ ਵਾਸਤੇ ਫਿਰ ਉਹ ਵੈਸਾ ਹੀ ਮਾਰਗ ਦੱਸਦੇ ਹਨ ਜੈਸੇ ਲੋਕ ਹੁੰਦੇ ਹਨ। ਅਤੇ ਸਿੱਖ ਜਿਹੜੇ ਬਾਹਰ ਮੁਖੀ ਸਨ, ਰਜੋਗੁਣੀ ਸਨ, ਜਿਹੜੇ ਬੈਠ ਨਹੀਂ ਸਕਦੇ ਸਨ ਸ਼ਾਂਤ ਅੱਖਾਂ ਬੰਦ ਕਰਕੇ, ਉਹਨਾਂ ਵਾਸਤੇ ਮਾਰਗ ਸੀ ਇਹ ਸ਼ਹੀਦੀ ਦਾ। ਵੀ ਤੁਸੀਂ ਗੁਰੂ ਵਾਸਤੇ ਅਗਰ ਸ਼ਹੀਦ ਹੋਣ ਨੂੰ ਤਿਆਰ ਹੋਗੇ, ਮਰਨ ਨੂੰ ਤਿਆਰ ਹੋਗੇ, ਮਿਟਣ ਨੂੰ ਤਿਆਰ ਹੋਗੇ, ਤਾਂ ਤੁਸੀਂ ਮੁਕਤ ਹੋ ਜਾਓਗੇ। ਸਹਿਜ ਸੀ। ਜਿਵੇਂ 5 ਪਿਆਰੇ ਆ ਗਏ, ਇਵੇਂ ਕਈ ਸਿੱਖ ਆਏ ਗੁਰੂ ਤੋਂ ਮਰਨ ਮਿਟਣ ਵਾਸਤੇ,
ਤੇ ਜਿਹੜਾ ਗੁਰੂ ਤੋਂ ਮਿਟਣ ਵਾਸਤੇ ਆ ਗਿਆ, ਸਮਰਪਣ ਦਾ ਭਾਵ ਵੀ ਉਹ ਹੁੰਦਾ ਵੀ ਅਗਰ ਤੂੰ ਕਹੇਂਗਾ ਤਾਂ ਮੈਂ ਮਿਟਣ ਨੂੰ ਤਿਆਰ ਹਾਂ ਤੇਰੇ ਵਾਸਤੇ। ਕਹਿੰਦਾ ਵੀ ਹੈ ਨਾ ਪ੍ਰੇਮੀ, ਮੈਂ ਆਪਣੇ ਆਪ ਨੂੰ ਮਿਟਾਉਣ ਨੂੰ ਤਿਆਰ ਹਾਂ ਤੇਰੇ ਵਾਸਤੇ। ਤੇ ਜਿਹੜਾ ਮਿਟਾਉਣ ਨੂੰ ਤਿਆਰ ਹੈ ਉਹ ਪ੍ਰੇਮੀ ਹਨ। ਤੇ ਐਸੇ ਸਿੱਖ ਹਨ ਜਿਹੜੇ ਗੁਰੂ ਦੇ ਉੱਪਰੋਂ ਮਿਟਣ ਨੂੰ ਤਿਆਰ ਸਨ। ਤੇ ਉਹਨਾਂ ਨੂੰ ਫਿਰ ਇਸ ਮਾਰਗ ਵੱਲ ਨੂੰ ਪ੍ਰੇਰਿਆ ਸੀ। ਤੇ ਇਹ ਬਾਹਰ ਮੁਖੀਆਂ ਦਾ ਮਾਰਗ ਸੀ, ਪਰ ਉਹ ਆਪ ਕਰਮ ਨਹੀਂ ਸੀ ਕਰ ਰਹੇ। ਉਹਨਾਂ ਨੇ ਉਹਨਾਂ ਸਿੱਖਾਂ ਨੂੰ ਵੈਸਾ ਕਰਮ ਦੱਸਿਆ ਸੀ ਜੈਸੇ ਕਰਮ ਦੁਆਰਾ ਉਹ ਮੁਕਤ ਹੋ ਸਕਦੇ ਹਨ। ਇਹ ਖਿਆਲ ਵਿੱਚ ਰੱਖਣਾ ਹੈ ਵੀ ਕਰਮ ਦੀ ਚੁਆਇਸ ਅਗਰ ਤੁਸੀਂ ਆਪ ਕਰੋਗੇ ਤਾਂ ਤੁਸੀਂ ਮੁਕਤ ਨਹੀਂ ਹੋ ਸਕਦੇ ਕਰਮਾਂ ਤੋਂ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਹੈ ਕਿਵੇਂ ਮੁਕਤ ਹੋਣਾ ਹੈ। ਜਾਗਰਤ ਪੁਰਸ਼ ਜਾਣਦਾ ਹੁੰਦਾ ਹੈ ਵੀ ਕਿਵੇਂ ਕਰਮਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ, ਵੀ ਕਿਹੜਾ ਮਨੁੱਖ ਫੇੜਾ, ਕਿਹੜਾ ਸਾਧਕ ਕਿਹੜੇ ਮਾਰਗ ਥਾਣੇ ਜਾ ਸਕਦਾ ਹੈ, ਉਹ ਬਾਹਰ ਮੁਖੀ ਹੈ ਕਿ ਅੰਤਰਮੁਖੀ ਹੈ, ਤੇ ਕਿਵੇਂ ਮੁਕਤ ਹੋਇਆ ਜਾ ਸਕਦਾ। ਫਿਰ ਸਮੇਂ ਦੇ ਆਧਾਰ 'ਤੇ ਵੀ ਉਪਦੇਸ਼ ਦਿੱਤਾ ਜਾਂਦਾ ਹੈ। ਅਜੋਕੇ ਸਮੇਂ 'ਚ ਵੈਸਾ ਨਹੀਂ ਹੋਵੇਗਾ, ਸਦਾ ਨਹੀਂ ਵੈਸਾ ਹੋਵੇਗਾ। ਤੇ ਸਮੇਂ ਦੇ ਆਧਾਰ 'ਤੇ ਵੀ ਦੇਖਿਆ ਜਾਂਦਾ ਹੈ, ਸਮੇਂ ਦੇ ਆਧਾਰ 'ਤੇ ਵੀ ਵੈਸਾ ਉਪਦੇਸ਼ ਦਿੱਤਾ ਜਾਂਦਾ ਹੈ। ਤੇ ਜੋ ਸਰੋਤੇ ਹਨ, ਜੋ ਸ਼ਿਸ਼ ਹੁੰਦੇ ਹਨ, ਉਹਨਾਂ ਦੇ 4 ਚੁਫੇਰੇ, ਉਹਨਾਂ ਨੂੰ ਕਰਮਾਂ ਵਿੱਚ ਪ੍ਰੇਰਿਆ ਜਾਂਦਾ ਹੈ ਵੈਸੇ ਢੰਗ ਦੇ ਨਾਲ ਜੈਸਾ ਉਹ ਸਰੋਤਾ ਹੁੰਦਾ ਹੈ, ਜੈਸਾ ਉਹ ਜਗਿਆਸੂ ਹੁੰਦਾ ਹੈ। ਜਿਵੇਂ ਗੁਰੂ ਅਰਜਨ ਦੇਵ ਜੀ ਕੋ ਕਹਿੰਦੇ ਬਹੁਤ ਸਾਰੇ ਸਿੱਖ ਆਉਂਦੇ ਸਨ ਤਾਂ ਕਿਸੇ ਨੂੰ ਸੇਵਾ ਦੇ ਵਿੱਚ ਲਾ ਦਿੰਦੇ ਸਨ, ਕਿਸੇ ਨੂੰ ਕਹਿ ਦਿੰਦੇ ਸਨ ਵੀ ਆਪਣੇ ਘਰੇ ਰਹਿ ਕੇ ਆਏ ਗਏ ਦੀ ਸੇਵਾ ਕਰ ਤੂੰ, ਉੱਥੇ ਧਰਮਸ਼ਾਲਾ ਖੋਲ੍ਹ ਲਾ। ਕਿਸੇ ਨੂੰ ਕਹਿ ਦਿੰਦੇ ਸੀ ਬਾਹਰ ਖੇਤਾਂ ਦੇ ਵਿੱਚ ਕੁਟੀਆ ਬਣਾ ਕੇ ਉੱਥੇ ਰਹਿ, ਕਿਉਂਕਿ ਹਰ ਇੱਕ ਦੀ ਬਿਰਤੀ ਦੇਖ ਕੇ ਉਸ ਹਿਸਾਬ ਦੇ ਨਾਲ ਕਿਵੇਂ ਮੁਕਤ ਹੋ ਸਕਦਾ ਹੈ। ਸਤਸੰਗ ਦਾ ਇਹੋ ਹੀ ਅਰਥ ਹੁੰਦਾ ਹੈ।